ਤਰੀਕੇ ਨਾਲ ਤੁੰਨਾ ਹੈ। ਕਿੰਨੇ ਉਹਨਾਂ ਨੇ ਸਾਹਿਲ ਨੇ ਤੇ ਮਲਕ ਨਾਈਟ ਸਾਹਿਬ ਰਾਈਡਰ ਨੇ ਬਲਾਕ ਕੀਤਾ ਜੇ। ਉਹ ਕਿਉਂ ਬਲਾਕ ਕੀਤਾ ਜੇ? ਉਹ ਸੁਲਾ ਮਲਕ ਤੋਂ ਬਾਅਦ ਸਾਹਿਬ ਵੀ ਬਲਾਕ ਕੀਤਾ ਹੈ। ਮਲਕ ਉਹ ਸਾਹਿਬ ਮਕਸਦ ਜੇ ਸਿਰਫ ਉਹਨਾਂ ਦਾ ਹੈ ਕਿ ਜਿਹੜੇ ਸਾਡੇ ਕੋਲ ਮੁਰੱਬੀ ਬਹਿੰਦੇ ਨੇ ਜਾਂ ਸ਼ਾਤਮੀਅਤ ਕਰਨ ਵਾਲੇ ਬੰਦੇ ਬਹਿੰਦੇ ਨੇ ਨਾ, ਜੀ ਇਹਨਾਂ ਦੇ ਪਿੱਛੇ ਮਲਕ ਨਾ ਆਵੇ। ਜੇ ਸਾਤੇ ਇਹਨਾਂ ਨੂੰ ਕੀ ਪਤਾ ਕਿ ਇੱਕ ਆਈਡੀ ਦੇ ਉੱਤੇ ਫਿਰ ਅਸੀਂ ਤੇ ਜਿਹੋ ਜਿਹਾ ਪਹਿਲਾਂ ਜਿਹੜਾ ਕੰਮ ਆਈਡੀਆਂ ਕੀਤਾ ਦੇ ਦਾ ਮਲਕ ਜੀ 50 ਬਣ ਜਾਂਦੀਆਂ ਨੇ, ਹਾਂਜੀ ਆਈਡੀਆਂ ਦਾ ਕਿਹੜਾ ਹੈ? ਇਹੀ ਤੇ ਮੈਂ ਗੱਲ ਕਰਨਾ ਭਾਈ ਜੀ। ਤੁਸੀਂ ਪਰ ਕਹਿੰਦੇ ਹੋ ਨਾ ਇੱਕ ਬੰਦੇ ਨੂੰ ਅੱਛਾ ਤੇ ਗੈਰਤ ਮਲਕ ਹੋਣੀ ਜੀ ਚਾਹੀਦੀ ਹੈ। ਜੀ ਮੇਰੀ ਗੱਲ ਇੱਕ ਸੁਣੋ, ਬੰਦੇ ਨੂੰ ਗੈਰਤ ਹੋਣੀ ਚਾਹੀਦੀ ਹੈ। ਉਹਨਾਂ ਮੈਂ ਤੇ ਦੇ ਫੇਰ ਵੀ ਜਿਹੜਾ ਸੀ ਨਾ ਆਪਣੇ ਇੱਕ ਦੋਸਤ ਭਰਾ ਜਿਹਨੂੰ ਮੈਂ ਕਹਿੰਦਾ ਹਾਂ, ਉਹਦੇ ਕਹਿਣ ਦੇ ਉੱਤੇ ਮੈਂ ਮਾਜ਼ਰਤ ਕੀਤੀ ਸੀ। ਪਰ ਜਦੋਂ 2-3 ਵਾਰੀ ਮੈਂ ਬਾਅਦ ਚੋਂ ਫੇਰ ਉਹਦੇ ਕੋਲ ਸ਼ਾਤਮੀਅਤ ਕਰਨ ਵਾਲੇ ਬੰਦੇ ਵੇਖੇ ਨੇ, ਔਰ ਯਾਰ ਮੈਂ ਖੁਦ ਪਾ ਕਹਿੰਦਾ, ਮੈਂ ਜਾ ਕੇ ਉੱਥੇ ਮੈਸੇਜ ਕੀਤਾ, ਉਹਨੇ ਮਿਊਟ ਕਰਨ ਤੋਂ ਬਾਅਦ ਮਲਕ ਜੀ ਬਲਾਕ ਤੁਸੀਂ ਕੀਤਾ। ਉਸਲੇ ਜਿਸ ਟਾਈਮ ਉੱਥੇ ਬੈਠੇ ਸੋ ਨਾ, ਤੁਹਾਡੇ ਨਾਲ ਹੋਈ ਹੈ, ਮੈਂ ਉੱਥੇ ਹੀ ਬੈਠੇ ਸਾਂ, ਮੈਂ ਵੀ ਥੱਲੇ ਹੀ ਸਾਂ, ਮੈਨੂੰ ਪਤਾ ਹੈ ਜੋ ਹੋਇਆ, ਮੈਂ ਸੁਣਦਾ ਹਾਂ। ਨਹੀਂ ਜਨਾਬ, ਉਸ ਤੋਂ ਬਾਅਦ ਦੀ ਮੈਂ ਗੱਲ ਕਰਨਾ ਹੁਸੈਨ ਭਾਈ। ਉਸ ਤੋਂ ਬਾਅਦ ਤੇ ਸੁਲ੍ਹਾ ਹੋ ਗਈ ਸੀ, ਤੁਹਾਨੂੰ ਪਤਾ ਨਹੀਂ? ਸੁਲਾ ਉੱਥੇ ਜਿਹੜੀ ਉਹ ਨਾ ਨਹੀਂ ਉਸ ਤੋਂ ਬਾਅਦ ਸਾਡੇ ਇੱਕ ਦੋ ਸਾਡੇ ਕੋਲ ਬਹਿੰਦੇ ਸਨ, ਠੀਕ ਹੈ। ਮੈਂ ਉਹਨਾਂ ਨਾਲ ਵੀ ਮੇਰੀ ਨਾਰਾਜ਼ਗੀ ਉਹ ਰਹਿਣੀ ਹੈ, ਸਹੀ ਹੈ, ਸਾਫ਼ ਸਿੱਧੀ ਗੱਲ ਹੈ ਭਾਈ ਜੀ, ਉਹ ਰਹਿਣੀ ਹੈ। ਤੇ ਕਿਉਂਕਿ ਬੰਦਾ ਜਿਹੜਾ ਹੈ ਨਾ, ਉਹ ਦੋ ਸ਼ਖਸੀਅਤ ਪਸੰਦੀ ਨਾ ਕਰੇ, ਸਿਰਫ ਔਰ ਸਿਰਫ ਜਿਹੜਾ ਨਾ ਹੱਕ ਦੀ ਗੱਲ ਕਰੇ। ਉਹ ਬਸ ਉਹਨਾਂ ਦੇ ਕੋਲੋਂ ਜਿਹੜਾ ਸੀ ਨਾ, ਉਹ ਭਰਾ ਕੀਤੀ ਦੇ ਵਿੱਚ ਹੋ ਗਿਆ ਸੀ। ਤੇ ਮੈਂ ਕਿਹਾ ਜਦੋਂ ਉਹ ਬਹੁਤੇ ਭਰਾ ਨੇ ਤੇ ਫਿਰ ਸਾਨੂੰ ਜ਼ਰੂਰਤ ਕੋਈ ਨਹੀਂ, ਜਿੰਨੀ ਗੁਜ਼ਰੀ ਅੱਛੀ ਗੁਜ਼ਰੀ। ਗੱਲ ਕਰਨ ਦਾ ਮਕਸਦ ਹੈ ਉਹਨਾਂ ਦੇ ਨਾਲ ਗੱਲ ਮੁਕਾਉਣ ਤੋਂ ਬਾਅਦ ਹਰ ਚੀਜ਼ ਖਤਮ ਹੋਈ। ਫਿਰ ਉਸ ਤੋਂ ਬਾਅਦ ਬਾਬਾ ਜੀ ਇਹਨਾਂ ਨੇ ਸ਼ਾਤਮੀਅਤ ਕਰਨ ਵਾਲੇ ਹੀ ਬੰਦੇ ਉੱਥੇ ਬਿਠਾਏ ਦੇ। ਮੈਂ ਦੂਸਰੀ ਆਈਡੀ ਤੋਂ ਗਿਆ, ਇਹਨਾਂ ਨੇ ਮੇਰੀ ਇਹ ਵਾਲੀ ਆਈਡੀ ਤੇ ਬਲਾਕ ਕੀਤੀ ਦੀ ਹੈ ਨਾ, ਦੋਵਾਂ ਨੇ ਕਾਣੇ ਨੇ ਨਾ, ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਇਹ ਬੰਦਾ ਆ ਕੇ ਜਿਹੜਾ ਹੈ ਨਾ, ਇਹ ਸਾਰੀਆਂ ਸ਼ੈਵਾਂ ਨੂੰ ਹੋਰ ਕਰਦਾ। ਔਰ ਇਹਨੇ ਆ ਕੇ ਪਿੱਛੇ ਜੱਜੇ ਦੇ ਬਾਰੇ ਦੇ ਵਿੱਚ ਵੀ ਦੱਸਿਆ ਸੀ। ਸਿੱਧੂ ਮਿਊਟ ਲਾ ਯਾਰ, ਹੈ ਇਹਨੇ ਆ ਕੇ ਪਿੱਛੇ ਜੱਜੇ ਦੇ ਬਾਰੇ ਦੇ ਵੀ ਦੱਸਿਆ ਸੀ। ਮੈਂ ਫਿਰ ਦੂਸਰੀ ਆਈਡੀ ਤੋਂ ਗਿਆ, ਔਰ ਉਹ ਬੰਦਾ, ਇੱਕ ਮਿੰਟ ਠਹਿਰਿਓ ਹਬੀਬ ਭਾਈ, ਅਗਰ ਤੁਸੀਂ ਥੱਲੇ ਬੈਠੇ ਦੇ ਹੋ ਤੇ 1 ਮਿੰਟ ਆਇਓ ਜ਼ਰਾ ਕਾਲ ਦੇ ਉੱਤੇ। ਹਬੀਬ ਭਾਈ ਦੀ ਲਾਈਵ ਦੇ ਉੱਤੇ ਉਹ ਬੰਦਾ ਗਾਲਾਂ ਕੱਢ ਕੇ ਗਿਆ, ਔਰ ਉਸ ਟਾਈਮ ਹਬੀਬ ਭਾਈ ਨੂੰ ਯਾਰ ਕਾਲ ਤੇ ਚੁੱਕਿਓ ਜ਼ਰਾ, ਹਬੀਬੁਰ ਰਹਿਮਾਨ ਸਾਹਿਬ ਨੂੰ। ਹਬੀਬ ਭਾਈ ਦੀ ਲਾਈਵ ਦੇ ਉੱਤੇ ਕਾਦੀਆਨੀ ਹੁਸੈਨ ਭਾਈ ਬਗੈਰ ਜਿਹੜਾ ਮੈਂ ਹੁਣ ਕੀ ਆਖਾਂ, ਕਸਮ ਖੁਦਾ ਦੀ, ਉਹਨੇ ਸਰਕਾਰ ਦਾ ਨਾਂ ਲਿਆ ਔਰ ਲੈ ਕੇ ਉਹ ਮਾਸ਼ਾਅੱਲਾ ਬਹੁਤ ਉਹਨੇ ਬਕਵਾਸ ਕੀਤੀ ਹੈ। ਫਿਰ ਸਿਆਲਵੀ ਸਾਹਿਬ ਦੀ ਲਾਈਵ ਦੇ ਉੱਤੇ ਉਹ ਬੰਦਾ ਬੈਠਾ ਦਾ ਸੀ। ਮੈਂ ਥੱਲੇ ਜਾ ਕੇ ਕਮੈਂਟ ਕੀਤਾ ਸਾਹਿਲ ਸਾਹਿਬ ਨੂੰ ਦੂਸਰੀ ਆਈਡੀ ਤੋਂ, ਤੇ ਜਨਾਬ ਨਾਈਟ ਰਾਈਡਰ ਸਾਹਿਬ ਨੇ ਕੀ ਕੀਤਾ, ਮਿਊਟ ਕਰਕੇ ਦਸਤੀ ਬਲਾਕ ਲਾਇਆ। ਸਹੀ ਹੈ, ਦਸਤੀ। ਫਿਰ ਮੈਂ ਜਨਾਬ ਜੀ ਇੱਕ ਹੋਰ ਬੰਦੇ ਨੂੰ ਫੋਨ ਮਾਰਿਆ, ਮੈਂ ਕਿਹਾ ਬਾਬਾ ਜੀ ਜਾਓ ਤੇ ਜਾ ਕੇ ਨਾ ਉੱਥੇ ਜ਼ਰਾ ਬੈਠੋ। ਉਸ ਬੰਦੇ ਦੀ ਨਾ ਮੈਂ ਕਿਹਾ ਜ਼ਰਾ ਨਾ ਸਾਨੂੰ ਜ਼ਰਾ ਸਿਸਟਮ ਜਿਹੜਾ ਨਾ, ਮੈਂ ਕਿਹਾ ਹੁਣ ਇਹਨਾਂ ਦਾ ਅਸੀਂ ਠੀਕ ਕਰਨਾ। ਬੀਬਾ ਇਹ ਦੱਸਿਓ ਇਹ ਗੱਲ ਹੋਈ ਹੈ ਜਾਂ ਨਹੀਂ ਹੋਈ? ਵਾਲੇਕੁਮ ਸਲਾਮ ਬੀਬ ਭਾਈ। ਪਹਿਲੇ ਉਹ BON ਦੀ ਆਈਡੀ ਹੈ ਸਾਡੀ ਬਰਾੜ ਚੱਲਦੀ ਪਈ ਸੀ ਕਾਸ਼ਫ ਚੌਧਰੀ ਦੀ, ਉੱਥੇ ਮੁਫਤੀ ਸਾਹਿਬ ਮੌਜੂਦ ਸਨ, ਮੈਂ ਵੀ ਮੌਜੂਦ ਸਾਂ ਉੱਥੇ। ਵੇਖੋ ਨਾ ਜਿਹੜਾ ਬੰਦਾ ਉੱਤੇ ਚੜ੍ਹਦਾ, ਹੁਣ ਮੈਂ ਚੜ੍ਹਿਆ ਵਾ, ਮੈਂ ਬੰਦੇ ਬੈਠੇ ਨੇ ਕਿਸੇ ਦੀ ਬਰਾੜ ਤੇ ਮੈਂ ਚੜ੍ਹਨਾ, ਕਿਸੇ ਨੂੰ ਤਾਂ ਨਹੀਂ ਨਾ ਪਤਾ ਕਿ ਮੈਂ ਕਾਦੀਆਨੀ ਆ ਜਾਂ ਮੈਂ ਕੌਣ ਆ, ਇਹ ਤਾਂ ਪਤਾ ਹੀ ਨਹੀਂ ਹੁੰਦਾ। ਬਰਾੜ ਤੇ ਚੁੱਕਿਆ ਵੇ ਉਹਨੇ, ਆਂਦਿਆਂ ਸਾਰੀ ਨਬੀ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹ ਦੇ ਵਿੱਚ ਗੁਸਤਾਖੀ ਕੀਤੀ, ਔਰ ਮੈਂ ਉਹ ਲਫਾਜ਼ ਨਹੀਂ ਦੁਹਰਾ ਸਕਦਾ। ਯਾਨੀ ਕਿ ਇਸ ਤਰ੍ਹਾਂ ਦੇ ਲਫਾਜ਼ ਬਿਆਨ ਕੀਤੇ ਨੇ ਕਿ ਜਿਹੜੇ ਅਸੀਂ ਸਾਡੀ ਬਰਦਾਸ਼ਤ ਤੋਂ ਬਾਹਰ ਨੇ। ਉਹਨੂੰ ਮੁਫਤੀ ਸਾਹਿਬ ਨੇ ਫਿਰ ਉਹਨੂੰ ਥੱਲੇ ਲਾਇਆ, ਉਹਨੂੰ ਬਲਾਕ ਮਾਰਿਆ। ਫਿਰ ਸਾਡੇ ਵਾਸਤੇ ਹੁਕਮ ਹੋਇਆ ਮੁਫਤੀ ਸਾਹਿਬ ਦਾ ਕਿ ਸਾਰੇ ਜਿਤਨੇ ਵੀ ਖਦਮੇ ਮੁਦੇ ਮੁਜਾਹਿਦ ਨੇ ਮਾਸ਼ਾਅੱਲਾ, ਉਹ ਸਾਰੇ ਇਹਨਾਂ ਦੇ ਖਿਲਾਫ ਬਰਾਡਾ ਜਿਹੜੀਆਂ ਨਾਲ ਲਗਾ ਲਓ, ਹੁਣੇ ਲਗਾਓ। ਬਲਕਿ ਮੈਂ 2 ਬਰਾਡਾਂ ਲਗਾਈਆਂ, ਮੁਫਤੀ ਸਾਹਿਬ ਨੇ ਬਰਾੜ ਲਗਾਈ ਸੀ, ਮੈਂ ਉਹਦੇ ਖਿਲਾਫ 2 ਬਰਾਡਾਂ ਲਗਾਈਆਂ। 2 ਬਰਾਡਾਂ ਲਗਾ ਕੇ ਮੈਂ ਕਿਹਾ ਚਲੋ ਮੇਰਾ ਕੰਮ ਹੋ ਗਿਆ। ਮੈਂ ਮੁਫਤੀ ਸਾਹਿਬ ਦੀ ਬਰਾੜ 'ਤੇ ਚਲਾ ਗਿਆ। ਮੁਫਤੀ ਸਾਹਿਬ ਨੇ ਮੈਨੂੰ ਨਾ ਗੁੱਸੇ ਨਾਲ ਵੇਖਿਆ, ਨਾ ਕਿਹਾ ਕਿੱਧਰ ਆਇਆ। ਮੈਂ ਕਿਹਾ ਜੀ ਮੈਂ ਬਰਾੜ 'ਤੇ। ਉਹਨਾਂ ਕਿਹਾ ਜੀ ਮੈਂ ਤੈਨੂੰ ਕਿਹਾ ਨਹੀਂ ਬਰਾਡਾਂ ਲਗਾਓ ਜਾ ਕੇ। ਮੈਂ ਕਿਹਾ ਜੀ ਮੈਂ 2 ਲਾ ਆਇਆ। ਉਹਨਾਂ ਕਹਿੰਦਾ ਨਹੀਂ, ਜਾ ਕੇ ਹੁਣੇ ਫਿਰ ਦੁਬਾਰਾ ਲਾਓ ਬਰਾੜ, ਇਹਨਾਂ ਨੂੰ ਛੱਡਣਾ ਨਹੀਂ ਹੋਣਾ, ਕਿਉਂਕਿ ਇਹਨਾਂ ਨੇ ਨਾ ਫੜ ਲਿਆ ਕਸਬ ਇੰਦਾ ਕਿ ਇਹ ਸ਼ਾਤਮੀਅਤ ਕਰਦੇ ਪਏ ਨੇ, ਅਤੇ ਇਹ ਸ਼ਾਤਮੀਅਤ 'ਤੇ ਉਤਰ ਆਏ ਨੇ। ਤੇ ਬੜੀ ਵੱਡੀ ਸ਼ਾਤਮੀਅਤ ਹੋਈ ਹੈ, ਕੋਈ ਛੋਟੀ ਜਿਹੀ ਨਹੀਂ ਹੋਈ। ਲਿਹਾਜ਼ਾ ਸਾਰੇ ਉਤਰੋ, ਸਾਰੇ ਮੁੰਡੇ, ਮੈਨੂੰ ਇਕੱਲਿਆਂ ਛੱਡ ਜਾਓ, ਆਪਣਾ ਜਾ ਕੇ ਤੁਸੀਂ ਬਰਾਡਾ ਲਗਾਓ ਔਰ ਇਹਨਾਂ ਨੂੰ ਛਿੱਤਰ ਮਾਰੋ। ਅਸਲ ਹੈ ਜਿਹੜਾ ਕੰਮ ਤੇ ਕਰਦੇ ਨੇ ਨਾ, ਫਿਰ ਉਹ ਗਏ ਨੇ ਕੰਮ ਤੇ ਕਰਦੇ ਨੇ। ਆਵਾਜ਼ ਆ ਰਹੀ ਹੈ ਜੀ? ਆ ਰਹੀ। ਉਹ ਨਾ ਸਿਆਲਵੀ ਸਾਹਿਬ ਦੀ ਬਰਾੜ 'ਤੇ ਵੀ ਮੈਂ ਬੈਠਾ ਸਾਂ, ਉੱਥੇ ਵੀ ਇਹ BON ਇੱਕ ਹੋਰ ਕਾਦੀਆਨੀ ਆਇਆ, ਉੱਥੇ ਆ ਕੇ ਨਾ ਸਿਆਲਵੀ ਸਾਹਿਬ ਦੀ ਬਰਾੜ ਤੇ ਵੀ ਨਾ ਆਵਾਜ਼ ਆ ਰਹੀ ਹੈ ਤੁਹਾਡੀ ਸਰਕਾਰ। ਅੱਛਾ, ਇਹ ਪਤਾ ਕੀ ਪੇ ਕਰਦੇ ਨੇ, ਕਿਉਂਕਿ ਜਦੋਂ ਮੁਫਤੀ ਸਾਹਿਬ ਨੇ ਕਿਹਾ ਨਾ ਉਹਨਾਂ ਬੰਦਿਆਂ ਦੇ ਉੱਤੇ ਬਰਾਡਾਂ ਲਾਓ,
ਇਹ ਜਨਾਬ ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਹੈ ਕਿ ਇਹ ਇੱਕ ਅੱਧੇ ਆਲਿਮ ਜਾਂ ਇੱਕ ਅੱਧੇ ਮੁਫਤੀ ਨੂੰ ਆਪਣੇ ਕੋਲ ਰੱਖਣਾ ਚਾਹ ਰਹੇ ਨੇ। ਇਹ ਮੈਂ ਤੁਹਾਨੂੰ ਦੱਸ ਰਿਹਾ, ਹੁਣ ਦੇ ਨਹੀਂ, ਬੜੀ ਦੇਰ ਦੇ ਬੜੇ ਬੜੇ ਪੁਰਾਣੇ ਵੀ ਬੰਦੇ ਆ ਕਰਕੇ ਗਏ ਦੇ ਨੇ, ਸਾਨੂੰ ਇਹਨਾਂ ਸਾਰੀਆਂ ਗੇਮਾਂ ਦਾ ਪਤਾ ਹੈ। ਇਸ ਵਜ੍ਹਾ ਤੋਂ ਕਿ ਸਾਡੇ ਨਾਲ ਟੁਰਨ, ਅਸੀਂ जी करिए, असी कहिए माशाल्लाह हम इनके खिलाफ कोई बात नहीं सुन सकते, हम जनाब ये हमारे सैयद सादात हमारे उलमा हैं, हमारे मुफ्तियान कराम हैं। सिर्फ और सिर्फ मसला की है वो अपने नाल रखना चाह रहे हैं। ਅਸੀਂ ਉੱਥੇ ਸ਼ਾਤਮੀਅਤ ਕਰਨ ਵਾਲੇ ਨੂੰ ਬਿਠਾਈਏ, ਕੋਈ ਵੀ ਕਰੀਏ, ਬਾਅਦ 'ਚੋਂ ਅਸੀਂ ਡਾਇਰੈਕਟ ਉਹ ਜਿੰਜ ਉਸ ਦਿਨ ਮੈਂ ਬਕਾਇਦਾ ਉਹ ਸ਼ਾਰਪ ਸ਼ੂਟਰ ਦੀ ਲਾਈਵ ਦੇ ਉੱਤੇ ਰਿਕਾਰਡਿੰਗ ਚਲਾਈ ਹੈ। ਉਹ ਯਾਰ ਉਹ ਮੰਨਦੇ ਹੀ ਨਹੀਂ ਪਏ, ਉਹਨਾਂ ਨੇ ਆਪਣਾ ਬੰਦਾ ਚੁੱਕਿਆ, ਉਦੋਂ ਵੀ ਨਹੀਂ ਸੀ ਮੰਨਦੇ। ਹੁਸੈਨ ਸਾਹਿਬ ਤੁਸੀਂ ਉੱਥੇ ਹੀ ਮੌਜੂਦ ਸੋ ਨਾ, ਆਪਣੇ ਮਾਨ ਕੁਰਾਨ ਨਾਲ ਦੱਸੋ ਐਂਡ ਤੱਕ ਮੇਰੀ ਗੱਲ ਉਹਨਾਂ ਨਾਲ ਕੀ ਰਹੀ ਹੈ ਯਾਰ। ਇਹ ਕਿਹਾ ਹੈ ਕਿ ਜੱਜਾ ਹੈ, ਉਹਨਾਂ ਕਿਹਾ ਨਹੀਂ ਜੀ ਇਹ ਜੱਜਾ ਨਹੀਂ ਹੈ, ਇਹ ਜੱਜਾ ਦੂਸਰਾ। ਫਿਰ ਉਸ ਤੋਂ ਬਾਅਦ ਮਲਕ 786 ਨੇ ਵੀ ਕਿਹਾ ਨਹੀਂ ਹੈ ਜੱਜਾ ਨਹੀਂ, ਫਿਰ ਖਾਨ 73 ਨੇ ਕਿਹਾ ਬਿਲਕੁਲ। ਫਿਰ ਮੈਂ ਕਹਿ ਰਿਹਾ ਫਿਰ ਕਹਿੰਦੇ ਨੇ ਨਹੀਂ ਮਲਕ ਇਮਰਾਨ ਨੂੰ ਚੁੱਕੋ, ਮਲਕ ਇਮਰਾਨ ਨੂੰ ਚੁੱਕਿਆ। ਮਲਕ ਇਮਰਾਨ ਨੇ ਵੀ ਕਿਹਾ, ਉਹਨੇ ਕਿਹਾ ਯਾਰ ਜੱਜਾ ਹੀ ਹੈ, ਮਲਕ ਬਿਲਕੁਲ ਠੀਕ ਕਹਿ ਰਿਹਾ। ਅੱਛਾ ਫਿਰ ਨਾਈਟ ਰਾਈਡਰ ਦੇ ਅੱਗੇ ਅਲਫਾਜ਼ ਆਏ ਸਨ, ਚਲੋ ਜੀ ਅਗਰ ਉਹਨੇ ਕੀਤੀ ਹੈ ਤੇ ਅਸੀਂ ਲਾਨਤ ਪਾਉਂਦੇ ਹਾਂ, ਪਰ ਤਬਲੀਗ ਤੇ ਅਸੀਂ ਕਰਨੀ ਹੈ ਨਾ, ਉਹ ਲਾਨਤ ਹੈ ਤੁਹਾਡੀ, ਅਸੀਂ ਤਬਲੀਗ ਦੇ ਉੱਤੇ, ਤੁਹਾਡੀ ਫੈਨ ਫਾਲੋਇੰਗ ਦੇ ਉੱਤੇ। ਔਰ ਜਿਹੜੇ ਬੰਦੇ ਇਹਨਾਂ ਦੀ ਸਪੋਰਟ ਕਰਦੇ ਨੇ ਭਾਈ, ਮੈਂ ਤੇ ਉਹਨਾਂ ਦੇ ਉੱਤੇ ਵੀ ਲਾਨਤ ਭੇਜਣਾ ਕਿਉਂ? ਕਿਉਂਕਿ ਯਾਰ ਇਹ ਕੰਮ ਨਹੀਂ ਠੀਕ ਹੈਗਾ। ਇੱਕ ਪਾਸੇ ਤੁਸੀਂ ਨਾਰੇ ਲਾਓ ਜੀ ਅਸੀਂ ਸਰਕਾਰ ਦੇ ਗੁਲਾਮ ਆ, ਇੱਕ ਪਾਸੇ ਉਹ ਬੰਦੇ ਆ ਜਿਹੜੇ ਬੈਠੇ ਨੇ ਜਿਹੜੇ ਸਰਕਾਰ ਨੂੰ ਮਾਜ਼ਅੱਲਾ ਡਾਇਰੈਕਟ ਗਾਲਾਂ ਕੱਢਦੇ ਨੇ ਨਾਮ ਲੈ ਕੇ। ਮੈਂ ਕਸਮ ਖੁਦਾ ਦੀ ਸੈਯਦ ਮੁਹੰਮਦ ਮੁਹੰਮਦ ਦੀਨ ਸਿਆਲਵੀ ਸਾਹਿਬ, ਉਹਨਾਂ ਦੀ ਅੱਜ ਤੱਕ ਕਦੀ ਲਾਈਵ ਜਿਹੜੀ ਸੀ ਨਾ ਉਹ ਐਸੀ ਨਹੀਂ ਸੀ ਹੋਈ। ਜਿਸ ਦਿਨ ਉਹਨਾਂ ਦੀ ਲਾਈਵ ਦੇ ਉੱਤੇ ਹਬੀਬ ਭਾਈ ਦੀ ਲਾਈਵ ਤੋਂ ਤਕਰੀਬਨ ਦੂਸਰੇ ਦਿਨ ਹਬੀਬ ਭਾਈ ਦੀ ਲਾਈਵ ਤੋਂ ਬਾਅਦ ਜਨਾਬ ਜੀ ਉਹ ਬੰਦਾ ਫਿਰ ਦੀਨ ਸਿਆਲਵੀ ਸਾਹਿਬ ਦੀ ਲਾਈਵ ਦੇ ਉੱਤੇ ਆ, ਮੈਂ ਉੱਥੇ ਮੌਜੂਦ ਸਾਂ। ਉਹਨੇ ਉਹੀ ਬਕਵਾਸ ਕੀਤੀ, ਮੈਂ ਉਹਨੂੰ ਜੁੜਿਆ ਔਰ ਐਸਾ ਜੁੜਿਆ ਕਿ ਜਨਾਬ ਮੈਨੂੰ ਸਿਆਲਵੀ ਸਾਹਿਬ ਨੇ ਵੀ ਨਹੀਂ ਮਨਾ ਕੀਤਾ ਕਿ ਜਿਹੜਾ ਹੈ ਨਾ ਭਾਈ ਤੂੰ ਇਹ ਕੀ ਗੱਲਾਂ ਕੀਤੀਆਂ ਨੇ, ਤੈਨੂੰ ਅਸੀਂ ਆਪਣੀ ਬਰਾੜ ਦੇ ਉੱਤੇ ਇਹ ਗੱਲ ਕਰਦੇ ਹੀ ਨਹੀਂ। ਕਿਉਂ? ਉਹਨਾਂ ਨੂੰ ਵੀ ਸਮਝ ਲੱਗ ਗਈ ਕਿ ਮੁਸਲਮਾਨ ਜਿਹੜਾ ਹੈ ਨਾ ਕੋਈ ਵੀ ਐਸੀ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ। ਇੱਥੇ ਬੰਦਿਆਂ ਨੂੰ ਮਾਵਾਂ ਭੈਣਾਂ ਦੀਆਂ ਕਿਸੇ ਨੂੰ ਗਾਲਾਂ ਕੱਢੀ ਦੀਆਂ ਨੇ ਨਾ, ਉਹ ਨਾਈਟ ਰਾਈਡਰ ਜਾ ਕੇ ਸਾਡੇ ਉਹ ਭਰਾ ਨੂੰ ਕਹਿੰਦਾ ਸੀ ਮੇਰੀ 70 ਸਾਲ ਦੀ ਮਾਂ ਨੂੰ ਜਿਹੜੀ ਹੈ ਨਾ ਗਾਲ ਕੱਢੀ। ਉਹ ਤੇਰੀ 70 ਸਾਲ ਦੀ ਮਾਂ ਅੱਗੇ ਵੇ ਜਾਂ ਹਜ਼ਰਤ ਅਮਾ ਆਇਸ਼ਾ ਸਦੀਕਾ ਰਜ਼ੀਅੱਲਾਹੁ ਤਾਲਾ ਨੂੰ ਅੱਗੇ ਨੇ, ਜਿਨ੍ਹਾਂ ਨੂੰ ਉਹ ਜੱਜਾ ਗਾਲਾਂ ਕੱਢਦਾ ਸੀ, ਜਿਹਨੂੰ ਕਿ ਨਾਲ ਲੈਂਦੇ ਨੇ ਵੀ ਉਹ ਬਿਨ ਸਰਕਾਰ ਨੂੰ ਗਾਲਾਂ। ਤੁਸੀਂ ਕਹਿੰਦੇ ਜੀ ਹਮ ਖਤਮੇ ਨਬੂਵਤ ਦਾ ਕੰਮ ਕਰ ਰਹੇ ਕਦੋਂ ਤੁਸੀਂ ਕੰਮ ਪੇ ਕਰਦੇ ਹੋ? ਤੁਹਾਡੇ ਜਨਾਬ ਜੀ ਉਹ ਬੰਦੇ ਕੋਲ ਬੈਠੇ ਨੇ ਜਿਹੜੇ ਉਹੀ ਸਰਕਾਰ ਅਲੀ ਸਲਾਤੁ ਸਲਾਮ ਨੂੰ ਗਾਲਾਂ ਕੱਢ ਰਹੇ ਨੇ। ਲਾਨਤ ਭਾਈ ਜੀ ਡੁੱਬ ਕੇ ਮਰ ਜਾਓ ਤੁਸੀਂ। ਮਲਕ ਦਾ ਪੁਆਇੰਟ ਭਾਈ ਜੀ ਸਾਨੂੰ ਕੋਈ ਗਾਲੀ ਬਾਜ਼ ਕਹੇ, ਕੋਈ ਬਦਤਮੀਜ਼ ਕਹੇ, ਜੋ ਮਰਜ਼ੀ ਕਹੇ, ਸਾਡੇ ਕੋਲ ਇਹ ਚੀਜ਼ ਨਹੀਂ ਜੇ ਬਰਦਾਸ਼ਤ ਹੁੰਦੀ ਸਾਫ਼ ਤੌਰ ਦੇ ਉੱਤੇ। ਔਰ ਹਮ ਆਪਣੇ ਦਿਮਾਗ ਦੇ ਵਿੱਚੋਂ ਉਹ ਵੀ ਬੰਦੇ ਕੱਢਦੇ ਨੇ ਕਿ ਮੈਂ ਕਿਸੇ ਦੀ ਗੱਲ ਦੇ ਉੱਤੇ ਲੱਗਾ, ਮੈਂ ਕਿਸੇ ਦੀ ਗੱਲ ਦੇ ਉੱਤੇ ਨਹੀਂ ਲੱਗਾ। ਮੈਂ ਖੁਦ ਆਪਣੀ ਅੱਖਾਂ ਨਾਲ ਵੇਖ ਕੇ, ਮੈਂ ਕਦੀ ਵੀ ਸ਼ਾਰਪ ਸ਼ੂਟਰ ਜਾਣਦਾ, ਮੈਂ ਕਦੀ ਵੀ ਕੱਚੀ ਜਗ੍ਹਾ ਦੇ ਉੱਤੇ ਪੈਰ ਨਹੀਂ ਰੱਖਿਆ। ਔਰ ਮੈਂ ਬਕਾਇਦਾ ਜਦੋਂ ਤੱਕ ਮੇਰੇ ਉੱਤੇ ਜਿਹੜੇ ਬੰਦਿਆਂ ਨੇ ਜਨਾਬ ਜੀ ਉਹ ਕਾਦੀਆਨੀਅਤ ਦੇ ਫਤਵੇ ਲਾਏ ਸੀ ਆਕਾਸ਼ ਮਲਕ ਵਰਗਿਆਂ ਨੇ, ਮੈਂ ਤੇ ਉਹਨਾਂ ਨੂੰ ਨਹੀਂ ਸੀ ਕਾਦੀਆਨੀ ਕਿਹਾ ਹੈਗਾ। ਬਾਅਦ 'ਚ ਜਦੋਂ ਮੈਂ ਉਲਮਾ ਦੇ ਕੋਲੋਂ ਬਕਾਇਦਾ ਫਤਵਾ ਲਿਆ ਸੀ ਤੇ ਫਿਰ ਉਹਨੂੰ ਮੈਂ ਕਾਦੀਆਨੀ ਕਿਹਾ ਸੀ। ਉਹਨਾਂ ਨੇ ਕਿ ਮੈਂ ਬਕਾਇਦਾ ਉਹਨਾਂ ਨੇ ਮੇਰੇ ਕੋਲ ਸਾਰੇ ਪ੍ਰੂਫ ਲਏ, ਮੈਂ ਉਹਨਾਂ ਨੂੰ ਦਿੱਤੇ। ਮੈਂ ਕਿਹਾ ਜੀ ਇਹ ਬੰਦਾ ਮੈਨੂੰ ਕਾਦੀਆਨੀ ਕਹਿ ਰਿਹਾ। ਉਹਨਾਂ ਨੇ ਕਿਹਾ ਜੀ ਤੁਸੀਂ ਹੈ ਵੋ? ਮੈਂ ਕਿਹਾ ਜੀ ਨਹੀਂ। ਬਕਾਇਦਾ ਉਹਨਾਂ ਨੇ ਮੇਰੇ ਕੋਲ ਚੀਜ਼ਾਂ ਮੰਗੀਆਂ, ਠੀਕ ਹੈ, ਦਾਰੁਲ ਇਫਤਾ ਵਾਲਿਆਂ ਨੇ, ਮੈਂ ਉਹਨਾਂ ਨੂੰ ਉਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਜੋ ਉਹਨਾਂ ਨੂੰ ਚਾਹੀਦਾ ਸੀ। ਉਹਨਾਂ ਨੇ ਕਿਹਾ ਜਿਹੜਾ ਹੈ ਨਾ ਫਤਵਾ ਜਿਹੜਾ ਨਾ ਜ਼ਾਹਿਰੀ ਦੇ ਉੱਤੇ ਲੱਗਦਾ, ਹੁਣ ਬਾਤਨੀ ਤਾਂ ਸਾਨੂੰ ਨਹੀਂ ਤੇਰਾ ਪਤਾ, ਪਰ ਜ਼ਾਹਿਰੀ ਦੇ ਉੱਤੇ ਜਿਹੜਾ ਨਾ ਕੋਈ ਐਸੀ ਚੀਜ਼ ਨਹੀਂ ਹੈਗੀ, ਤੂੰ ਮੁਸਲਮਾਨ ਹੈ। ਔਰ ਜਿਹੜਾ ਬੰਦਾ ਤੈਨੂੰ ਕਹਿ ਰਿਹਾ ਵੇ ਉਹ ਬੰਦਾ ਕੁਫਰ ਦੇ ਵਿੱਚ ਮੁਬਤਲਾ ਹੈ, ਉਹਦਾ ਨਿਕਾਹ ਵੀ ਟੁੱਟ ਗਿਆ ਬਕਾਇਦਾ ਤੌਰ ਦੇ ਉੱਤੇ। ਮੈਂ ਉਸ ਤੋਂ ਬਾਅਦ ਮੈਂ ਕਿਹਾ ਮੈਂ ਉਹਨੂੰ ਕਹਿ ਸਕਦਾ ਹੁਣ? ਉਹਨਾਂ ਨੇ ਕਿਹਾ ਹਾਂਜੀ। ਮੈਂ ਉਦੋਂ ਉਸ ਬੰਦੇ ਨੂੰ ਫਿਰ ਕਹਿਣਾ ਸ਼ੁਰੂ ਕੀਤਾ ਸੀ। ਮੈਂ ਤੇ ਅਜੇ ਤੱਕ ਕਦੀ ਕਿਸੇ ਮੁਸਲਮਾਨ ਨੂੰ ਕਾਦੀਆਨੀ ਕਿਹਾ ਹੀ ਨਹੀਂ ਹੈ। ਮੈਂ ਡਰਨਾ ਕਿਉਂ? ਇਹ ਸੋਸ਼ਲ ਮੀਡੀਆ ਦੀ ਲੜਾਈ ਹੈ ਕਿ ਮੈਨੂੰ ਇਸ ਗੱਲ ਦਾ ਡਰ ਲੱਗਦਾ ਹੈ ਕਿ ਯਾਰ ਮੈਂ ਸ਼ਾਦੀशुदा ਹਾਂ, ਮੈਂ ਮਿਸਾਲ ਅਗਰ ਕੋਈ ਐਸੀ ਗੱਲ ਕਰਦਾ ਜਿਹਦੇ ਵਿੱਚ ਕੁਫਰ ਦੇ ਵਿੱਚ ਮੁਬਤਲਾ ਹੋ ਜਾ ਤਾਂ ਕੀ ਆਪਣੀ ਬੁੱਢੀ ਨੂੰ ਕੀ ਕਵਾਂਗਾ? ਕਿਉਂ ਜੀ ਉਹ ਸੋਸ਼ਲ ਮੀਡੀਆ ਤੇ 4 ਬੰਦਿਆਂ ਦੀ ਵਜ੍ਹਾ ਤੋਂ ਜਿਹੜਾ ਨਾ ਮੈਂ ਗੱਲ ਕਰ ਬੈਠਾ ਤੇ ਤੈਨੂੰ ਤਲਾਕ ਹੋ ਗਈ। ਉਹ ਭਾਈ ਇਹਨਾਂ ਸ਼ਰੀਅਤ ਨੂੰ ਸਮਝੀਦਾ ਹੁੰਦਾ, ਅਸੀਂ ਸ਼ਰੀਅਤ ਨੂੰ ਸਮਝ ਕੇ ਟੁਰਨੇ ਆ। ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਨਾ ਉਹ ਬੜਾ ਸਿਸਟਮ ਹੈ। ਅਸੀਂ ਤਾਂ ਕਹਿੰਦੇ ਹਾਂ ਜਿਹੜੇ ਬੰਦੇ ਆ ਗੱਲਾਂ ਕਰਦੇ ਨੇ ਨਾ, ਇਹ ਕੁਫਰ ਔਰ ਈਮਾਨ ਦਾ ਮਸਲਾ ਹੁੰਦਾ। ਜਿਹੜੇ ਬੰਦੇ ਕਿਸੇ ਦੇ ਉੱਤੇ ਨਾਮ ਲਗਾਉਂਦੇ ਨੇ ਨਾ ਕੁਫਰ ਦਾ ਕਿ ਉਹ ਫਲਾਣਾ ਕਾਦੀਆਨੀ ਹੈ, ਫਲਾਣਾ ਹੈ ਵੇ, ਉਹਨਾਂ ਨੂੰ ਡਰਨਾ ਚਾਹੀਦਾ। ਉਹ ਇਸ ਵਜ੍ਹਾ ਤੋਂ ਕਿਉਂ ਉਹਨਾਂ ਦੇ ਮੂੰਹ 'ਚੋਂ ਅਲਫਾਜ਼ ਨਿਕਲੇ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ।
ਅਗਲੇ ਸੈਕਿੰਡ ਦੇ ਵਿੱਚ ਜਿਹੜਾ ਨਾ ਉਸ ਬੰਦੇ ਨੂੰ ਮੌਤ ਆ ਜੇ, ਕੁਫਰ ਦੀ ਹਾਲਤ 'ਚ ਮਰ ਗਿਆ। ਆਪਣਾ ਈਮਾਨ ਬਚਾਓ ਇਹਨਾਂ 4 ਲੋਕਾਂ ਦੇ ਪਿੱਛੇ ਜਾਂ ਲਾਈਕ ਫਾਲੋਅਰ ਦੇ ਪਿੱਛੇ, ਭਾਵੇਂ ਕੋਈ ਆਪਣਾ ਤੇ ਭਾਵੇਂ ਕੋਈ ਬੇਗਾਨਾ। ਸਾਫ਼ ਤੌਰ ਦੇ ਉੱਤੇ ਮੈਂ ਕਿਸੇ ਬੰਦੇ ਦੀ ਗੱਲ ਦੇ ਵਿੱਚ ਨਹੀਂ ਲੱਗਾ। ਮੈਂ ਜੋ ਵੇਖਿਆ ਭਾਈ ਜੀ ਮੈਂ ਉਸ ਚੀਜ਼ ਦੇ ਉੱਤੇ ਖਲੋਤਾ ਔਰ ਮੈਂ ਇਨਸ਼ਾਅੱਲਾ ਖਲੋਤਾ ਰਹਾਂਗਾ। ਕੋਈ ਮੈਨੂੰ ਭੈੜਾ ਕਹੇ, ਕੋਈ ਗਾਲੀ-ਬਾਜ਼ ਕਹੇ, ਜੋ ਮਰਜ਼ੀ ਕਵੇ, ਸਹੀ ਹੈ। ਅੱਲਾ ਖੈਰ ਸੱਲਾ। ਬਈ ਅਸੀਂ ਕਲਮਾ ਸਰਕਾਰ ਅਲੀ ਸਲਾਤੁ ਸਲਾਮ ਦਾ ਪੜ੍ਹਿਆ। ਜੇ ਮੇਰੇ ਕੋਈ ਸਕੇ ਮਾਂ ਪਿਓ ਨੂੰ ਜਾਂ ਨਾਈਟ ਰਾਈਡਰ ਦੀ ਮਾਂ ਨੂੰ ਗਾਲ ਨਿਕਲ ਗਈ ਸੀ ਨਾ ਮੇਰੇ ਮੂੰਹ 'ਚੋਂ, ਉਹ ਇਸ ਵਜ੍ਹਾ ਤੋਂ ਨਿਕਲੀ ਸੀ ਕਿ ਉਹੀ ਜੱਜਾ ਜਿਹੜਾ ਹੈ ਨਾ, ਉਹ ਅੰਮਾ ਆਇਸ਼ਾ ਸਦੀਕਾ ਦੇ ਬਾਰੇ ਦੇ ਵਿੱਚ ਹੁਸੈਨੀ ਦੀ ਲਾਈਫ ਦੇ ਉੱਤੇ ਘੰਟਾ ਪਹਿਲੇ ਬਕਵਾਸ ਕਰਕੇ ਆਇਆ ਸੀ ਤੇ ਆ ਕੇ ਇਹਨਾਂ ਕੋਲ ਬੈਠਾ ਦਾ ਸੀ। ਇਹਨਾਂ ਨੂੰ ਆਪਣੀਆਂ ਮਾਵਾਂ ਅਜ਼ੀਜ਼ ਨੇ ਇਹ ਨਾਰੇ ਲਾਣੇ ਛੱਡ ਦਿਓ ਤੁਸੀਂ ਇੱਥੇ ਬਹਿ ਕੇ ਸੋਸ਼ਲ ਮੀਡੀਆ ਦੇ ਉੱਤੇ ਕਿ ਹਮ ਖਤਮੇ ਨਬੂਵਤ ਦਾ ਕੰਮ ਕਰ ਰਹੇ। ਜੱਜੇ ਨੂੰ ਤੇ ਕੋਈ ਬੰਦਾ ਚੁੱਕ ਕੇ ਰਾਜ਼ੀ ਨਹੀਂ ਨਾ, ਉਹਨੇ ਕਿੰਨੀ ਦਫਾ ਸ਼ਾਤਮੀਅਤ ਕੀਤੀ ਹੈ, ਉਹਦਾ ਤੇ ਸਾਰਿਆਂ ਨੂੰ ਪਤਾ ਹੈ। ਉਹ ਭਾਈ ਜੀ ਉਹ ਯਾਰ ਉੱਥੇ ਹੀ ਸਹਿਣਾ ਤੂੰ ਕਿੰਨੀ ਦੇਰ ਮੈਂ ਪਿੱਟਦਾ ਰਿਹਾ। ਫਿਰ ਬਾਅਦ ਚ ਜਦੋਂ ਮੈਂ ਆਖਿਆ, ਮੈਂ ਫਿਰ ਤਲਖੀ ਖਾਧੀ ਹੈ। ਮੈਂ ਕਿਹਾ ਫਿਰ ਤੁਸੀਂ ਨੰਬਰ ਟੰਗਣ ਦੇ ਹੋ। ਇੱਥੋਂ ਉਹਨਾਂ ਨੂੰ ਫਿਰ ਬੜੀ ਤਕਲੀਫ ਹੋਈ ਹੈ ਕਿ ਇਹਨੇ ਸੱਚ ਬੋਲ ਦਿੱਤਾ। ਸ਼ਾਰਪ ਹੀਟਰ ਚੁੱਕੀ ਰੱਖੋ ਇਸਕਾ। ਤੇ ਅਸਲ ਤੇ ਜਿਹੜਾ ਨਾ ਮਲਕ ਦੀ ਮਸਲਾ ਵੇਖੋ, ਹੈ ਜਿਹੜੇ ਹੁਣ ਹੈ ਅਫਜ਼ਲ ਵਡਾਈ ਸਾਹਿਬ ਨੇ, ਉਹ ਘੱਟ ਪੇ ਕਰਦੇ ਨੇ। ਇੱਥੇ ਬਹਿ ਕੇ ਜਿਵੇਂ ਇੱਕ ਫੱਫੇ ਕੁੱਟਣ ਜ਼ਨਾਨੀ ਨਹੀਂ ਹੁੰਦੀ ਮਹੱਲੇ ਦੇ ਵਿੱਚ, ਉਹਦੇ ਵਾਲਾ ਕੰਮ ਕਰਕੇ ਆ ਸ਼ਾਰਪ ਸ਼ੂਟਰ ਕੋਲ ਆਇਆ ਤੇ ਉਹ ਨੱਸ ਗਿਆ ਗੱਲਾਂ ਜਿਹੜੀਆਂ ਨੇ ਅੱਗੇ ਪਿੱਛੇ ਕਰਕੇ। ਮੈਂ ਸੁਣ ਰਿਹਾ ਥੱਲੇ ਬਹਿ ਕੇ। ਯਾਰ ਇਹੀ ਤੇ ਗੱਲ ਹੈ ਨਾ, ਇਹੀ ਪੇ ਕਹਿੰਦੇ ਆ ਨਾ ਕਿ ਜਿਹੜੇ ਇਹੋ ਜਿਹੇ ਬੰਦੇ ਨੇ ਨਾ, ਚਾਹੇ ਉਹ ਅਫਜ਼ਾਲ ਵਡਾਇਆ ਚ ਹੋਵੇ, ਚਾਹੇ ਉਹ ਕਿ ਨਾਲ ਲੈਂਦੇ ਨੇ ਮਲਕ ਜੀ, ਉਹ ਜਿਹੜਾ ਵੀ ਨਾਈਟ ਰਾਈਡਰ ਹੋਵੇ, ਇਹੋ ਜਿਹੇ ਬੰਦਿਆਂ ਨੂੰ ਐਕਸਪੋਜ਼ ਕਰੋ। ਮੁਸਲਮਾਨਾਂ ਨੂੰ ਦੱਸੋ। ਇਹ ਜਿਹੜੇ ਕਹਿੰਦੇ ਨੇ ਨਾ ਕਿ ਜਨਾਬ ਇਨਕੇ ਪਾਸ ਬਹੁਤ ਇਲਮ ਹੈ, ਉਹ ਭਾਈ ਇਲਮ, ਜੇ ਤੁਸੀਂ ਇਹ ਕੁਰਾਨ ਹਦੀਸ ਦੀ ਗੱਲ ਕਰਦੇ ਹੋ ਤੇ ਮਰਜ਼ੀ ਤੇ ਸ਼ੁਰੂ ਤੋਂ ਹੀ ਇਹ ਗੱਲ ਕਰਦੇ ਹਮਾਰੇ ਸੇ कुरान से बात कर लो, हदीस से बात कर लो। ਉਹ ਭਾਈ ਇਲਮ ਹੋਣ ਦੇ ਨਾਲ ਸ਼ੈਤਾਨ ਕੋ ਕਿੰਨਾ ਇਲਮ ਸੀ, ਫਰਿਸ਼ਤਿਆਂ ਦਾ ਉਸਤਾਦ ਰਿਹਾ। ਬਿਲਕੁਲ ਸਿਰਫ ਔਰ ਸਿਰਫ ਜਿਹੜਾ ਹੈ ਨਾ ਕੀ ਸੀ ਉਹਦੇ ਵਿੱਚ ਐ ਸੀ ਕਿ ਹਾਂ ਭਾਈ ਮੈਂ ਵਾਂ, ਮੈਂ ਇਹਨੂੰ ਸਜਦਾ ਕਰਨਾ, ਮੈਂ ਅੱਗ ਨਾ ਬਣਿਆ ਮਿੱਟੀ ਨਾ। ਨਹੀਂ, ਉਹ ਭਾਈ ਇਲਮ ਦੇ ਨਾਲ ਕੁਝ ਵੀ ਨਹੀਂ ਹੁੰਦਾ ਹੈਗਾ। ਜਿਵੇਂ ਪੀਰ ਸਕਾਨੀ ਦੇ ਵਿੱਚ ਮੈਂ ਵੀ ਉਹ ਯੋਧੇ ਵਾਲੀ ਸ਼ੈਤਾਨ ਬਜ਼ੁਰਗ ਫਰਮਾਉਂਦੇ ਨੇ ਕਿ ਇਨੇ ਜਾਣਾ ਇਨੇ ਮਾਨਾ ਨਾ ਰੱਖਾ ਗੈਰ ਸੀ। ਯਾਰ ਮੀਰ ਮੇਰੀ ਗੱਲ ਸੁਣ, ਮੀਰ ਤਲੇ ਐਚਐਸ ਆ ਯਾਰ ਹੈ ਤੈਨੂੰ ਉਸ ਦਿਨ ਕੀ ਕਹਿ ਰਿਹਾ ਸੀ ਐਚਐਸ ਨੇ ਕਿਹਾ ਅੱਲਾ ਦੀ ਕਸਮ ਚੁੱਕ ਕੇ ਕਹਿਣਾ, ਇਹਨੇ ਮੈਨੂੰ ਕਿਹਾ ਸੀ, ਇਹਨੇ ਜਦੋਂ ਸ਼ੁਰੂ ਵਿੱਚ ਆਇਆ ਸੀ ਨਾ, ਇਹਨੇ ਕਿਹਾ ਸੀ ਜੀ ਮੈਂ ਕਾਦੀਆਨੀਅਤ ਛੱਡ ਕੇ ਮੁਸਲਮਾਨ ਛੱਡ ਕੇ ਮੈਂ ਕਾਦੀਆਨੀ ਹੋਇਆ ਵਾਂ ਤੇ ਮੈਂ ਅਹਿਮਦੀ ਹੋਇਆ ਵਾਂ। ਇਹਨੇ ਆਪਣੇ ਆਪ ਨੂੰ, ਮੈਂ ਕਿਹਾ ਤੇ ਤੇਰੇ ਵਾਲदैन ਜਿਹੜੇ ਨੇ, ਕਹਿੰਦਾ ਉਹ ਇਹ ਵੀ ਮੁਸਲਮਾਨ ਨੇ, ਯਾਨੀ ਕਿ ਉਹ ਅਹਿਮਦੀ ਨਹੀਂ ਹੋਏ। ਤੇ ਮੈਂ ਕਿਹਾ ਉਹ ਜਹੰਨਮ ਵੀ ਜਾਣ ਜੇ। ਅੱਲਾ ਦੀ ਕਸਮ ਇਹਦੇ ਅਲਫਾਜ਼ ਨੇ, ਨੀਡੋ ਭਾਈ ਝੂਠ ਨਹੀਂ ਪਿਆ ਬੋਲਦਾ। ਇਹਨੇ ਕਿਹਾ ਸੀ ਉਹ ਜਹੰਨਮ ਵੀ ਜਾਣਗੇ ਕਿਉਂਕਿ ਉਹ ਅਹਿਮਦੀ ਨਹੀਂ ਹੋਏ। ਇਹ ਆਪਣੇ ਵਾਲदैन ਦੇ ਬਾਰੇ ਵਿੱਚ ਇਹਨੇ ਕਿਹਾ ਹੋਇਆ ਐਚਐਸ ਨੇ। ਜਿਹੜਾ ਬੰਦਾ ਕੁਫਰ ਦੀ ਹਾਲਤ 'ਚ ਮਰਿਆ, ਮੈਂ ਮਾਜ਼ਰਤ ਦੇ ਨਾਲ ਚਾਹੇ ਕਿ ਨਾਲ ਲੈਂਦੇ ਨੇ ਜਿਹੜੇ ਨੇ ਨਾ। ਅੱਛਾ, ਇੱਕ ਇਹਦੇ ਉੱਤੇ ਨਾ ਮੈਂ ਇੱਕ ਹੋਰ ਵੀ ਜਿਹੜਾ ਨਾ ਉਹ ਗੱਲ ਕਰਦੇ ਹਾਂ ਕਿ ਜਿਹੜੇ ਮੁਸਲਮਾਨ ਹੋਏ ਨੇ ਨਾ, ਉਹਨਾਂ ਦੇ ਵਾਲਿदैन ਨੂੰ ਵੀ ਜਿਹੜਾ ਨਾ ਬੰਦੇ ਕਹਿੰਦੇ ਨੇ ਕਿ ਉਹ ਇੰਜ ਨੇ ਤੇ ਇਹ ਹੈ ਉਹ ਹੈ। ਹੁਣ ਮੈਨੂੰ ਨਹੀਂ ਪਤਾ ਮੈਂ ਗੱਲ ਠੀਕ ਕਰ ਰਿਹਾ ਜਾਂ ਗਲਤ ਕਰ ਰਿਹਾ। ਅਗਰ ਮੈਂ ਗਲਤ ਹਾਂ ਤੇ ਭਾਈ ਜੀ ਮੇਰੀ ਰਹਿਨੁਮਾਈ ਜ਼ਰੂਰ ਕਰੋ। ਉਸ ਤੋਂ ਪਹਿਲੇ ਦੱਸਦੇ ਹਾਂ, ਸ਼ਾਹ ਸਾਹਿਬ ਨੇ ਅੱਜ ਕਿਹਾ ਵੇ ਕਿ ਉਹ ਅੰਡਰਸਟੂਡ ਗੱਲ ਹੈ ਕਿ ਵਾਕਈ ਉਹਨਾਂ ਦਾ ਠਿਕਾਣਾ ਤੇ ਉਹ ਹੀ ਹੈ, ਲੇਕਿਨ ਤੁਹਾਨੂੰ ਉਹਨਾਂ ਦੇ ਸਾਹਮਣੇ ਕਹਿਣੇ ਤੋਂ ਇਜਤਨਾਬ ਕਰਨਾ ਚਾਹੀਦਾ ਹੈ। ਹਾਂਜੀ, ਉਹ ਮੈਂ ਮਿਸਾਲ ਹੈ ਅਰਜ਼ ਦੇਣ ਲੱਗਾ ਸਾਂ ਕਿ ਸਰਕਾਰ ਅਲੈਹਿਸਸਲਾਤੁ ਵਸਸਲਾਮ ਦੇ ਕੋਲ ਨਾ, ਹਜ਼ਰਤ ਸਰਕਾਰ ਅਲੈਹਿਸਸਲਾਤੁ ਵਸਸਲਾਮ ਦੇ ਕੋਲ ਨਾ ਅਬੂ ਲਹਬ ਦੀ ਬੇਟੀ ਆ ਗਈ। ਜਦੋਂ ਮੁਸਲਮਾਨ ਹੋ ਗਈ ਨਾ ਤੇ ਉਹ ਬੇਟੀ ਆ ਗਈ ਅਬੂ ਲਹਬ ਦੀ। ਤੇ ਐ ਮੈਂ ਜਦੋਂ ਗੱਲ ਸੁਣੀ ਸੀ ਨਾ ਤੇ ਫਿਰ ਉਹ ਮੇਰਾ ਤੇ ਚੰਦਾ ਦਾ ਮਸਲਾ ਚੱਲ ਰਿਹਾ ਸੀ। ਫਿਰ ਮੈਂ ਉਹਨੂੰ ਸਾਈਡ ਦੇ ਉੱਤੇ ਕਰ ਦਿੱਤਾ। ਮੈਂ ਕਿਹਾ ਯਾਰ ਮੇਰਾ ਉਹਦਾ ਮਸਲਾ ਠੀਕ ਹੈ, ਉਹਦੇ ਵਾਲਿदैन ਦਾ ਨਹੀਂ। ਜਦੋਂ ਇਹ ਚੀਜ਼ ਸੁਣੀ ਸੀ ਉਸ ਤੋਂ ਬਾਅਦ ਮੈਂ ਸਾਈਡ ਦੇ ਉੱਤੇ ਹੋ ਗਿਆ। ਉਹੀ ਤੁਹਾਡੇ ਭਰਾਵਾਂ ਅੱਗੇ ਵੀ ਅਰਜ਼ ਹੈ ਕਿ ਜਿਹੜੇ ਮੁਸਲਮਾਨ ਹੋਏ ਨੇ ਨਾ, ਉਹਨਾਂ ਦੇ ਅਗਰ ਵਾਲਿदैन ਨੇ ਨਾ, ਜਾਂ ਜਿਨ ਤੂੰ ਅਮੀਰ ਤੂੰ ਪੇ ਕਹਿਣਾ ਕਿ ਸ਼ਾਹ ਸਾਹਿਬ ਨੇ ਕਿਹਾ, ਬਿਲਕੁਲ ਇਹੀ ਚੀਜ਼ ਮੈਂ ਵੀ ਸੁਣੀ ਕਿ ਅਬੂ ਲਹਬ ਦੀ ਜਦੋਂ ਬੇਟੀ ਆਈ ਨਾ ਸਰਕਾਰ ਅਲੈਹਿਸਸਲਾਤੁ ਵਸਸਲਾਮ ਦੇ ਕੋਲ ਤੇ ਆ ਕੇ ਨਾ ਰੋਣ ਲੱਗ ਪਈ ਤੇ ਅਰਜ਼ ਕੀਤੀ, ਯਾ ਰਸੂਲullah ਮੇਰਾ ਕੀ ਕਸੂਰ ਹੈ। ਲੁੱਬੇ ਲੁਬਾਬ ਜਿਹੜਾ ਹੈ ਨਾ ਐ ਵੇ ਕਿ ਮੇਰਾ ਕੀ ਕਸੂਰ ਹੈ, ਮੈਂ ਮੁਸਲਮਾਨ ਹੋ ਗਈ ਹਾਂ, ਮੇਰਾ ਬਾਪ ਅਗਰ ਕਾਫਰ ਹੈ, ਲੋਕੀ ਮੈਨੂੰ ਤਾਨੇ ਦਿੰਦੇ ਨੇ। ਤੇ ਸਰਕਾਰ ਅਲੈਹਿਸਸਲਾਤੁ ਵਸਸਲਾਮ ਨੇ ਜਿਹੜਾ ਸੀ ਉਹਨੇ ਕਿਹਾ ਕਿ ਮੈਂ ਜਿੱਥੋਂ ਲੰਘਦੀ ਹਾਂ ਤੇ ਉੱਥੇ ਨਾ ਸੂਰਤ ਲਹਬ ਦੀ ਤਲਾਵਤ ਕੀਤੀ ਜਾਂਦੀ ਹੈ ਜਾਣ ਬੁੱਝ ਕੇ ਮੈਨੂੰ ਚੜਾਉਣ ਵਾਸਤੇ। ਪਰ ਮੇਰਾ ਤੇ ਬਾਪ ਹੈ, ਮੈਂ ਮੁਸਲਮਾਨ ਹੋ ਗਈ ਹਾਂ, ਪਰ ਮੇਰਾ ਤੇ ਉਹ ਬਾਪ ਹੈ, ਮੇਰੇ ਦਿਲ ਨੂੰ ਵੀ ਕੁਝ ਹੁੰਦਾ। ਤੇ ਸਰਕਾਰ ਅਲੈਹਿਸਸਲਾਤੁ ਵਸਸਲਾਮ ਨੇ ਸਾਹਬਾ ਨੂੰ ਫਰਮਾਇਆ ਕਿ ਸਾਹਬਾ ਅੱਜ ਤੋਂ ਬਾਅਦ ਦੇਖੋ, ਕੁਰਾਨ ਕੋਈ ਮਾਈ ਦਾ ਲਾਲ ਵੀ ਜਿਹੜਾ ਨਾ ਪੜ੍ਹਨ ਤੋਂ ਮਨਾ ਨਹੀਂ ਕਰ ਸਕਦਾ।
ਪਰ ਸਰਕਾਰ अलैहिस्सलातु वस्सलाम ਦੀ ਮੁਹੱਬਤ ਔਰ ਸ਼ਫਕਤ सल्लल्लाहु अलैहि वसल्लम ਤੁਸੀਂ ਦੇਖੋ ਕਿ ਸਰਕਾਰ ਨੇ ਸਹਾਬਾ ਨੂੰ ਫਰਮਾ ਦਿੱਤਾ ਕਿ ਸਹਾਬਾ ਜਦੋਂ ਵੀ ਅਬੂ ਲਹਬ ਦੀ ਬੇਟੀ ਗੁਜ਼ਰੇ ਕੋਈ ਵੀ ਚਾਹੇ ਉਹਨਾਂ ਨੇ ਕਿਹਾ ਕੁਰਾਨ ਦੀ ਤਿਲਾਵਤ ਵੀ ਨਹੀਂ ਕਰਨੀ, ਸੂਰਤ ਲਹਬ ਵੀ ਨਹੀਂ ਪੜ੍ਹਨੀ। ਤੇ ਇਸ ਵਜ੍ਹਾ ਤੋਂ ਤੁਸੀਂ ਵੀ ਸਾਰੇ ਭਰਾ ਜਿਹੜਾ ਨਾ ਮਿਹਰਬਾਨੀ ਕਰੋ, ਇਹਨਾਂ ਚੀਜ਼ਾਂ ਤੋਂ ਨਾ ਜ਼ਰਾ ਸਾਈਡ ਦੇ ਉੱਤੇ ਹੋ ਜਾਓ। ਤੇ ਬਾਕੀ ਜਿਹੜੇ ਬੰਦੇ ਇਹ ਕੰਮ ਪੇ ਕਰਦੇ ਨੇ ਜਾਂ ਜਿਹੜੇ ਬੰਦੇ ਇਹ ਮਾਮਲਾਤ ਪੇ ਕਰਦੇ ਨੇ ਉਹਨਾਂ ਬੰਦਿਆਂ ਨੂੰ ਭਾਈ ਜੀ ਐਕਸਪੋਜ਼ ਕਰੋ ਔਰ ਲੋਕਾਂ ਨੂੰ ਦੱਸੋ ਜਿਹੜੀ ਇਹ ਟ੍ਰੈਫਿਕ ਆਪਣੇ ਵੱਲ ਖਿੱਚਦੇ ਪਏ ਨੇ ਨਾ ਕਿ ਜਨਾਬ ਅਸੀਂ ਇੰਜ ਹਮ ਗਾਲੀ ਨਹੀਂ ਦੇਤੇ ਇਹ ਨਹੀਂ ਕਰਤੇ, ਉਹ ਭਾਈ ਇਸ ਨਾਲੋਂ ਵੱਡੀ ਗੱਲ ਹੀ ਹੈ ਹੀ ਨਹੀਂ ਕਿ ਜਿਹੜੇ ਤੁਸੀਂ ਸਰਕਾਰ ਨੂੰ ਗਾਲਾਂ ਪਕਾੜਦੇ ਨੇ ਤੁਸੀਂ ਕੋਲ ਬਿਠਾਇਆ ਦੇ ਨੇ। ਇਸ ਤੋਂ ਵੱਡੀ ਗੱਲ ਹੀ ਨਹੀਂ ਹੈਗੀ ਹੈ। ਤੁਸੀਂ ਦੂਸਰੇ ਬੰਦਿਆਂ ਨੂੰ ਜਿਹੜਾ ਹੈ ਨਾ ਉਹ ਅੱਗੇ ਪੇ ਕਰਦੇ ਹੋ। ਉਹ ਬੰਦੇ ਜਿਹੜੇ ਦੇਖੋ ਮੁਸਲਮਾਨ ਜਿਹੜਾ ਹੈ ਨਾ ਉਹਦੇ ਸਾਹਮਣੇ ਕੋਈ ਸ਼ਾਤਮੀਅਤ ਕਰਨ ਵਾਲਾ ਹੋਵੇ ਨਾ ਤੇ ਗੱਲ ਹੋਰ ਹੁੰਦੀ ਹੈ, ਤੇ ਜਿਹੜੇ ਦੂਸਰੇ ਮਾਮਲਾਤ ਕਰਨ ਵਾਲੇ ਹੋਣ ਨਾ ਉਹ ਗੱਲ ਹੋਰ ਹੁੰਦੀ ਹੈ। ਕਿਸੇ ਮੁਸਲਮਾਨ ਕੋ ਨਹੀਂ ਬਰਦਾਸ਼ਤ ਹੁੰਦਾ। ਹਾਂਜੀ ਮਲਕ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਅਸਲਾਮ ਵਾਲੇਕੁਮ ਰਹਿਮਤੁल्लाह। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਸ਼ਾਰਪ ਸ਼ੂਟਰ ਸਾਹਿਬ ਤੁਹਾਡਾ ਵੀ, ਤੇ ਹੁਸੈਨ ਸਾਹਿਬ ਕੋਈ ਗੱਲ ਬੁਰੀ ਲੱਗੀ ਹੋਏ ਮਾਜ਼ਰਤ। ਨਹੀਂ ਤਾਬਿਆਦਾਰ ਜਿਹੜਾ ਬੰਦਾ ਗਲਤ ਗੱਲ ਕਰੇਗਾ ਭਾਈ ਉਹ ਸਾਡੇ ਕੋ ਸੁਨੇਗਾ। ਅਜ਼ਾਲ ਵੜਾਇਆ ਚ ਜਿਹੜਾ ਵੇ ਉਹਨੇ ਭਾਈ ਜੀ ਜਿਹੜਾ ਨਾ ਮਰਜ਼ਈਆਂ ਦੇ ਪਿੱਛੇ ਲੱਗ ਕੇ ਸ਼ਾਰਪ ਸ਼ੂਟਰ ਦੀ ਜਿਹੜੀ ਹੈ ਨਾ ਫੈਮਿਲੀ ਨੂੰ ਗਾਲ ਕੱਢੀ ਦੀ ਹੈ। ਤੇ ਭਾਈ ਉਹ ਮਲਕ ਸਾਹਿਬ ਉਹਨੇ ਤੇ ਅੱਜ ਮੈਂ ਥੱਲੇ ਬੈਠਿਆ ਸਾਂ, ਉਹਨੇ ਤੇ ਇੱਥੇ ਬਹਿ ਕੇ ਸ਼ਾਰਪ ਸ਼ੂਟਰ ਨੂੰ ਪਤਾ ਨਹੀਂ ਕਿ ਕਿਆ ਹੈ, ਠੀਕ ਹੈ ਉਹਨੇ ਸਾਰੀਆਂ ਕੀਤੀਆਂ ਨੇ। ਉਹ ਕੱਲ ਆਪਣੇ ਸਾਰੇ ਮੁਸਲਮਾਨਾਂ ਦੇ ਜਿਹੜੇ ਆਲਮ ਸਨ, ਸ਼ਾਹ ਸਾਹਿਬ ਇਹ ਹੋ ਗਏ, ਆਬਦ ਸਾਹਿਬ, ਖਲੀਫਾ ਵਕਤ, ਸਾਰੇ ਥੱਲੇ ਉਹਨੇ ਲਾ ਕੇ ਉੱਤੇ ਅਤਾਲ ਮਨਾਨ ਜਿਹੜਾ ਉਹਦੇ ਕੋਲੋਂ ਰਾਜਾ ਤਾਲ ਮਨਾਨ ਉਹਦੇ ਕੋਲ ਉਹਨੇ 15-20 ਮਿੰਟ ਤਕਰੀਰ ਕਰਵਾਈ ਹੈ ਉੱਤੇ ਬਹਾ ਕੇ, ਠੀਕ ਹੈ। ਜਿਹੜਾ ਸਿੱਧੂ ਸੀ ਸ਼ਾਤਮ ਸਿਆਲਕੋਟੀਆ, ਉਸ ਤੋਂ ਬਾਅਦ ਨਾਲ ਉਹਨੇ ਔਕਾਬ ਨੂੰ ਬਹਾ ਕੇ ਉਹਨੇ ਕਿਹਾ ਜੀ ਮੁਸਲਮਾਨਾਂ ਨੇ ਮੈਨੂੰ ਬਿਸਤ ਕਰ ਦਿੱਤਾ ਤੇ ਤੁਸਾਂ ਜੀ ਮੇਰੀ ਬਹੁਤ ਅੱਛਾ ਕੀਤਾ, ਮੇਰੇ ਨਾਲ ਜਿਹੜਾ ਨਾ ਮੇਰੀਆਂ ਉਮੀਦਾਂ ਤੇ ਪੂਰੇ ਉਤਰੇ ਹੋ। ਕਿਉਂ ਸ਼ੂਟਰ ਇੰਜੇ ਗੱਲ ਏ, ਸ਼ੂਟਰ ਪਿੱਛੇ ਕਾਲ ਦੇ ਉੱਤੇ ਗਿਆ ਦਾ। ਬਾਕੀ ਸਹੀ ਹੈ, ਮਾਰੀਏ ਨਾਰਾ ਇਨਸ਼ਾਅੱਲਾ ਜਿਹੜਾ ਨਾ ਆਵਾਜ਼ ਬਣਾ ਰਹੀ ਹੋ, ਠੀਕ ਹੈ। ਬਾਕੀ ਜਿਹੜਾ ਨਾ ਜੇ ਆਖੇਗਾ ਫਿਰ ਉਂਝ ਕਰ ਲਾਂਗੇ। ਬਾਕੀ ਇਹਨਾਂ ਦੀ ਜਿਹੜਾ ਨਾ ਹੁਣ ਸੁਲਾ ਅਸੀਂ ਕਰਾ ਲਾਂਗੇ, ਸਹੀ ਹੈ। ਤੇ ਬਾਕੀ ਅੱਲਾ ਖੈਰ ਕੀਤੀ, ਜਦੋਂ ਆਖੇਗਾ ਜਿੱਥੇ ਆਖੇਗਾ ਉੱਥੇ ਆ ਜਾਵਾਂਗੇ, ਸਹੀ ਹੈ। ਖੈਰ ਹੋਵੇ ਮਲਕ ਜੀ, ਰੱਬ ਰੱਖਾ। ਓਕੇ ਜੀ, ਓਕੇ ਹੁਸੈਨ ਭਾਈ। ਕੋਈ ਗੱਲ ਬੁਰੀ ਲੱਗੀ ਹੋਏ ਸ਼ਾਹ ਸ਼ੂਟਰ ਭਾਈ ਅੱਲਾ ਸੋਹਣਾ ਜੀ। ਕੌਣ ਨਹੀਂ ਮਾਲਕ ਭਾਈ, ਇਹਨਾਂ ਦਾ ਰਾਜਨਾਮਾ ਕਰਾਓ ਯਾਰ ਇਨਸ਼ਾਅੱਲਾ। अस्सलाम वालेकुम। ਵਾਲੇਕੁਮ ਸਲਾਮ। ਅੱਜ ਯਾਰ ਤੂੰ ਦਿਹਾੜਾ ਚੂਜ਼ ਕਰ, ਤੈਨੂੰ ਕੱਲ बंदा ਲਟਕਾਵਾਂਗਾ। बन मेरे कोलो बेइज्जत ना हो, बंदा बन खा मखा फतवे लाण वास्ते ब्राडा ला के लोकां नु दे रहे मेरी हैं, गाल फतवे सुन, लगा रहे मेरे हैं। दोस्त, मेरे मैं भाई, तेरी मंजी ठोकांगा, चौक डा के ठोकांगा, बल्कि नहीं मंजी मेरी तोड़ांगा गाल तेरी। सुन। अच्छा तू जो को मर्जी करी, मैं तेन कोई नहीं, तू मैंने दस मैं तेरी मंजी कल ठोका परसों। सारे फीडर में धोके जा रहे हैं, सारे फीडर वगैरह धोके जा रहे हैं। मेरी मंजी ये म्यूट लगाओ इनका। बाल के धोके जो उधर करते मेरी मंजी जिस वक्त दिल करिया ठोक, तन खुली इजाजत है। जेड़ी गल कह मैं तेरी हर जायज गल मनांगा, लेकिन अगर तू बाज ना आया अपनी इस हरकत तो तेरी मैं नहीं छोड़ूंगा, तेन मैं ठोकांगा, टका के ठोकांगा। मेरी गलती बता दे हाजी साहब क्या है। फतवे लगवाते हो लोगों पे, लगाते हो लगवाते हो। नहीं जानू, मैं तो फतवे नहीं लगाता, आप देखें मेरी एक ही बात। फंडा है हाजी साहब, एक ही बात पे झगड़ा करते हैं बस। फतवा जिधर फतवा लगेगा हाजी साहब झगड़ा करेगा, फतवा नहीं लगाओ, जो मर्जी करो, लड़ाई करो, गालियां निकालो, लड़ो मरो बढ़ो, जो मर्जी करो। ये गाली वालों के साथ बैठेगा कि नहीं बैठेगा, इससे पूछे। मॉडरेटर साहब आप बुला लें इनको। वो शेर किसको याद है, दो रंगी छड़ कोट आप हो जा, नहीं कर सकते जहाँ से सारा आपने सार खरीदा। मोम हो जा, या सारा साहब। सारा संग हो जा। हाँ जी। भाई साहब मेरा फैजी सवाल भाई, तो सुन ले। फैजी भाई, मासूमाना फैजी भाई। सवाल तो सुन ले। फैजी भाई, ये कोट आप वापस नहीं कर सकते जहाँ से यार आपने फैजी भाई खरीदा। मेरी आवाज नहीं आ रही। भाई आपको लगता है ये कोर्ट है, ये कोर्ट नहीं है, ये कोर्ट रसूलुल्लाह सल्लल्लाहु अलैहि वसल्लम की शरीयत का कोर्ट है। ये तो मैं किसी को वापस नहीं कर सकता।
मैंने रसूलुल्लाह सल्लल्लाहु अलैहि वसल्लम की शरीयत की तर्जुमानी के लिए कोट पहना है। ये कोट तो मैं नहीं छोड़ सकता। नीडो नीडो गुज्जर से मौजम शाह बन गया यार, क्या हो गया शार्प शूटर। ये मरजाई है मरजाई। सुनो नीडो एक गल याद रखी, एक गल याद रखी, तेरा माइक में नहीं खोल बंद करदा, कोई गल कीती है ना ते फिर मैं जो को काम पाना तेन पता कदे ते अपने काबरीन दी इज्जत बर्दाश्त ही ते तरीके नाल गल करी, नहीं ते कदे नहीं आ ते मैं फिर ਕੰਮ ਪਾ ਦੇਣਾ। ਤੈਨੂੰ ਤੂੰ ਵੀ ਇੱਕ ਗੱਲ ਯਾਦ ਰੱਖੀ ਨੀਡੋ, ਮੈਂ ਵੀ ਐਵੇਂ ਦਾ ਕੰਮ ਪਾਵਾਂਗਾ ਕਿ ਤੂੰ ਯਾਦ ਕਰੇਗਾ। ਤੂੰ ਅੱਜ ਤੱਕ ਮੈਨੂੰ ਭੁੱਲਿਆ ਨਹੀਂ ਤੇ ਤੈਨੂੰ ਮੈਂ ਭੁੱਲਣ ਵੀ ਨਹੀਂ ਦਵਾਂਗਾ। ਅੱਛਾ ਬੋਲ ਨਾ ਬੋਲ, ਜੋ ਕੋਈ ਗੱਲ ਕਰਨੀ ਹੈ ਕਰ। शार्प शूटर है जी शायद। ਬਦਮਾਸ਼ੀ ਨਾ ਕਰ, ਬਦਮਾਸ਼ੀ ਜਿਹੜੀ ਹੈ ਨਾ ਮੈਨੂੰ ਪਸੰਦ ਨਹੀਂ ਹੈ। ਉਹ ਕਰ ਨਾ ਗੱਲ, ਉਹ ਸੈਫੀ ਤੂੰ ਬਦਮਾਸ਼ ਹੈ, ਹੈ। ਤੂੰ ਬਦਮਾਸ਼ ਹੈ, ਤੂੰ ਬਦਮਾਸ਼ ਹੈ। ਹਾਂ ਬਦਮਾਸ਼ ਆ। ਬਦਮਾਸ਼ੀ ਕਿਸ ਨਾਲ ਕਰਨਾ ਪਿਆ ਹੈ ਤੂੰ? ਕਰਨਾ ਗੱਲ ਕਰ ਗੱਲ ਕਰ। ਜਾਨਣਾ ਹੀ ਮੀਕੂ ਮੈਂ ਰਜੋਲੀਅਤ ਕਰ ਲਿਆ ਸੀ। ਐਬਟਾਬਾਦ ਦੇ ਛੋਕੜਿਆ ਜਾਨਣਾ ਮੀਕੂ। ਹੈ ਬੂਮ ਵੱਡਾ ਬਦਮਾਸ਼ ਹੈ ਤੂੰ। ਬੋਲ ਸੈਫੀਆ ਬੋਲ। ਬਦਤਮੀਜ਼ੀ ਨਾ ਕਰ, ਇਨਸਾਨ ਦਾ ਬੱਚਾ ਬਣ। नीडो अच्छा नहीं नहीं एक मिनट ओ एक और सैफी ओ भाई सैफी ये मैं यार नीडो तू गल कर, इसकी थले लाई छोड़। सैफी मारी गल सुन, तेरे जानने तू ये कौन है यार, इसकी थले लाई छोड़ से बुने सूट ਸਾਡੇ ਵਾਸਤੇ ਤੇ ਇੱਕ ਕਸੂਰ ਹੈ, ਦੂਸਰਾ ਬਾਂਦਰ ਹੈ, ਤੀਸਰਾ ਭੇੜੀਆ। ਸਾਨੂੰ ਕੀ ਫਰਕ ਹੈ? ਸਾਹਿਬ ਨੇ ਖਾਬ ਦੇਖਿਆ, ਖਾਬ ਦੇ ਵਿੱਚ ਨਹੀਂ ਨੀਡੋ ਤੂੰ ਗੱਲ ਕਰ, ਤੇਰੀ ਲਾਈਵ ਵਿੱਚ ਕੀ ਵਿੱਚ ਬੋਲੀ ਜਾਣਾ ਦੇ ਵਿੱਚ ਉਹਨਾਂ ਨੇ ਭੇੜੀਏ ਵੀ ਦੇਖੇ ਨੇ, ਖਾਬ ਇਹ ਕੀ ਕਰਨਾ ਪਿਆ ਨੀਡੋ? ਤੇ ਉਹਨਾਂ ਨੇ ਆਖਿਆ ਕਿ ਇਸ ਰੋਇਆ ਸੇ ਤੂੰ ਗੱਲ ਕਰਨੀ ਹੈ ਜਾਂ ਇਸ ਗੱਲ ਕਰਨੀ ਹੈ? ਜਰਾ ਗੱਲ ਸੁਣ, ਵੈਸੇ ਸਹੀ ਆਣੇ ਮੇਰੇ ਸਾਹਿਬ ਖਾਬ ਦੇਖੇ ਸੀ। नीडो ओए सैफी एक गल सुन, सही कह रहे नहीं मिर्जा साहब, सही कहने नहीं ते इमाम बुखारी भी सही कहना ही। मिर्जा साहब के लामो यासा के हमारे आसपास दरिंदे सूर ते बंदर है, ते मैं कि अल्लाह दसे दरिंदे सूर ते बंदर जमाते होंदियां ने लोग। तेन पता ही कि इमाम बुखारी ने की आखिया कि एक हदीस ही कि मेरे जेड़े उलमा ने ना इस्लाम दी उलमा हुसन ओ बंदर ते सूअर हुसन। ओ शूटर एक मिनट, ये बकवास अगर बंद ना हुई ना मैं मंदी ठोकूंगा। तो ये हरामजादा है, ये मिर्जा कज़ाब दज्जाल का मानने वाला है, ये नहीं सकता। आप वो क्या समझते हो इनके साथ? आपको इज्जत की बात करोगे, इनको नुसरत जान बद किरदार औरत का किरदार बताया करो, जो नूरदीन की लौंडी बनती थी बेगैरत। आप इनसे कहाँ इज्जत से बात करने लगे हो? भाई ये उस काबिल नहीं है ये लोग। अच्छा सैफी उर्दू तो पढ़ सकने ना, मैं तेन दसना कि दरिंदे ना वो कौन सन ਜ਼ਮੀਨ ਨੇ ਤਲੇ। ਗੱਲ ਕਰ, ਜਦੋਂ ਇਸ ਬਗੈਰਤ ਨਾਲ ਗੱਲ ਕਰਕੇ ਮੁੱਕ ਜਾਏਗਾ ਨਾ ਫਿਰ ਮੈਂ ਚੁੱਕੀ ਪਲੀਜ਼ ਚੁੱਪ। ਉੱਥੇ ਮੈਂ ਥੱਲੇ ਮੈਂ ਉੱਤੇ ਤੇ ਨਹੀਂ ਚੱਕਦਾ। ਇਹ ਇਸ ਬਗੈਰਤ ਦੇ ਕੋਲੋਂ ਸ਼ਾਤਮ ਹੈਗਾ, ਕਨਫਰਮ ਸ਼ਾਤਮ ਹੈ, ਭਾਵੇਂ 10 ਮੌਕੇ ਦੇ ਦੇ 20 ਦੇ ਦੇ। ਇਹ ਗੰਦਾ ਤੁਖਮ ਹੈਗਾ ਮਿਰਜ਼ਾ ਕਾਦੀਆਨੀ ਦਾ। ਇਹਦੀ ਦਾਦੀ ਗਈ ਸੀ ਬਸ਼ੀਰਉੱਦੀਨ ਮਹਿਮੂਦ 2 ਨੰਬਰ ਉੱਥੋਂ ਨੁਤਫਾ ਲੈ ਕੇ ਆਈ ਇਹਦੀ ਨਾਨੀ। ਇਹ ਸੁਣੋ ਜੀ, ਉਹ ਭਾਈ ਇਹ ਸੁਣੋ, ਤੇਰਾ ਬਾਪ ਭੈਣ ਜਿਹਦੇ ਨਾਲ ਗੱਲ ਕੀਤੀ ਸਾਹਮਣੇ ਆ ਕੇ ਕੀਤੀ ਤੇਰਾ ਭੈਣ ਚੋਦਾ ਕੀ ਲੁੱਲਪਟ ਮਾਰ ਲੇਗਾ ਨਾ ਤੂੰ ਮੈਨੂੰ ਮਾਰ ਲੈ। ਹਮੇਸ਼ਾ ਭੈਣ ਜੋ ਲਾਈਵ ਆ ਕੇ ਗੱਲ ਕੀਤੀ ਚਿਹਰਾ ਸਾਹਮਣੇ ਵਿਖਾ ਕੇ ਮੈਂ ਜੋ ਮੇਰਾ ਪੁੱਟ ਨਹੀਂ ਪੁੱਟਦਾ। ਤੇਰੇ ਸਾਰੇ ਭੈਣ ਜੋ ਯਹੀਆ ਤੋਂ ਲੈ ਕੇ ਸੋਸ਼ਲ ਮੀਡੀਆ ਜਿੰਨੇ ਘੁੰਮਣ ਡੇ ਨੇ ਜਰਮਨੀ ਦੇ ਸਾਰੇ ਭੈਣ ਦੀ ਫੁੱਦੀ ਜਾਵੇ ਮਰਬੀ ਗਸ਼ਤੀ ਮਾਂ ਦੇ ਬੱਚੇ ਉਹ ਆਪਣਾ ਚਿਹਰਾ ਤੱਕ ਨਹੀਂ ਵਿਖਾਉਂਦੇ। ਇੰਨੀ ਤੇਰੀ ਜ਼ਰੂਰਤ ਹੈ, ਇੰਨੀ ਤੁਹਾਡੀ ਜ਼ਰੂਰਤ ਹੈ ਭੈਣ ਚੋਦੋ। ਕੁਝ ਤੁਸੀਂ ਬਾਹਰ ਆ ਕੇ ਵੀ ਡਰਦੇ ਹੋ। ਪੁੱਤਰ ਤੇਰਾ ਅੱਬਾ ਜਿਹੜਾ ਨਾ ਲਈ ਕਵਾਨ, ਤੇਰਾ ਅੱਬਾ ਸਾਹਮਣੇ ਆ ਕੇ ਗੱਲ ਕਰਦਾ ਲਾਈਵ ਆ ਕੇ ਜੇ ਮੈਂ ਜਿੰਨੇ ਮੇਰਾ ਲੁੱਲ ਪੁੱਟਣਾ ਨਾ ਉਹ ਪੁੱਟ ਲਵੇ, ਜਿੰਨੇ ਮੈਨੂੰ ਮਾਰਨਾ ਮਾਰ ਲਵੇ। ਮੇਰੇ ਲੁੱਲ ਨੂੰ ਵੀ ਠੰਡ ਨਹੀਂ, ਕੱਲ ਮਰਨਾ ਯਾਰ ਅੱਜ ਮਰ ਜਾਾਂਗੇ। ਠੀਕ ਹੈ ਤੇਰੇ ਚ ਨਹੀਂ ਜ਼ਰੂਰਤ ਭੈਣ ਚੋਦਾ। ਤੂੰ ਆਪਣੀ ਫੋਟੋ ਹੀ ਇੱਥੇ ਕਰ ਦਵੇਂ, ਆਪਣੀ ਫੋਟੋ ਕਰਨਾ ਭੈਣ ਹੀ ਅੱਗਾ
ਗੱਲ ਫਿਰ ਉੱਥੇ ਹੀ ਮੁੱਕੀ ਕਿ ਕਾਦੀਆਨੀ ਜਨਾਨੀਆਂ ਲੁੱਲ ਲੱਭਦੀਆਂ ਨੇ, ਮਤਲਬ ਕਿ ਤੁਹਾਨੂੰ 10 ਸਾਲ ਬਾਅਦ ਤੁਹਾਡੀ ਜਨਾਨੀਆਂ ਨੂੰ ਯਾਦ ਹੁੰਦਾ ਕਿ ਇਹਦੇ ਲੁੱਲ ਤਾਂ ਨਹੀਂ 3 ਬੱਚੇ ਲੈ ਕੇ ਤੇ ਫਿਰ ਉਹ ਬੈਠ ਕੇ ਹੋਰ ਨੱਸ ਜਾਂਦੀਆਂ ਨੇ। ਹੈ ਇਹ ਇਸਲਾਮ ਹੈ ਤੇਰਾ? ਅੱਛਾ, ਇਹ ਇਸਲਾਮ ਦੀ ਕਿਹੜੀ ਸ਼ਿਕ ਹੈ ਜੀ, ਜ਼ਰਾ ਸਮਝਾਇਆ ਜੇ ਥੋੜਾ ਫਰੂਕ ਸਾਹਿਬ, ਜਾਨਣਾ ਚਾਹਾਂਗਾ। ਚੱਲ ਮੈਂ ਤੂੰ ਹੁਣ ਥੋੜਾ ਮੇਰੀ ਜ਼ਾਤ ਤੇ ਆਇਆ ਤੇ ਮੈਂ ਵੀ ਥੋੜਾ ਜਿਹਾ ਹੋ ਜਾਣਾ ਨੇੜੇ। ਚੱਲ ਕੋਈ ਨਹੀਂ, ਮੈਨੂੰ ਯਾਦ ਆ ਗਿਆ ਤੇਰੇ, ਮੈਂ ਕੰਨ ਲਾਲ ਕਰਾਂ। ਅੱਛਾ, ਇਹ ਤੁਹਾਡੀਆਂ ਜਿਹੜੀਆਂ ਕਾਦੀਆਨੀ ਇੱਥੇ ਜਰਮਨੀ ਬੈਠੀਆਂ ਨੇ, ਯੂਰਪ, ਆਸਟ੍ਰੇਲੀਆ, ਇਹ ਫੁੱਦੀਆਂ ਸਿੱਖਾਂ ਕੋਲੋਂ ਕਿਉਂ ਮਰਵਾਉਂਦੀਆਂ ਨੇ? ਜ਼ਰਾ ਮੈਨੂੰ ਇਹ ਤਾਂ ਸਮਝਾ। ਹਾਂ, ਤੇ ਗੈਰ ਅਹਿਮਦੀਆਂ ਦੇ ਲੁੱਲਾਂ ਤੇ ਜਾ ਕੇ ਕਿਉਂ ਪੈਂਦੀਆਂ ਨੇ? ਮੈਨੂੰ ਇਹ ਤਾਂ ਸਮਝਾ ਥੋੜਾ, ਕੀ ਵਜ੍ਹਾ ਹੈ, ਕੀ ਸੈਦ ਤੁਹਾਡੇ ਮਰਦਿਆਂ ਦੇ ਲੁੱਲ ਨਹੀਂ ਖਿਲਾਉਂਦੇ? सैफी मरबी लाई कमान की कह रहा है यार? ਸੁਣਾ ਨੀਡੋ ਇਹਨੂੰ ਉਹ ਨਹੀਂ ਸੁਣਾ ਜਿਹਦੇ ਚ ਉਹ ਕਹਿ ਰਿਹਾ ਕਿ ਇਮਰਾਨ ਕਾਲੂ ਨੇ ਵੀ ਫਲਾਣੇ ਨਾਲ ਕੋਲੋਂ ਬੁਰਾ ਕੰਮ ਕਰਾਇਆ ਹੈ, ਫਲਾਣੇ ਨੇ ਵੀ ਬੁਰਾ ਕੰਮ ਕਰਾਇਆ ਹੈ, ਉਹਦੇ ਚ ਸੈਫੀ ਦੇ ਆਪੇ ਦਾ ਵੀ ਨਾਂ ਹੈ। हाँ हाँ, ठहरो तुहानू दसां कि कहंदा ना ਜ਼ਮੀਨ ਦੇ ਉੱਤੇ ਬਦਨਸਤੀ ਮਖਲੂਕ ਕਿਹੜੀ ਹੈ? ਇਹ ਵੇਖੋ ਹਾਜੀ ਭਾਈ, ਸਾਲੇ ਨੂੰ ਚਲਾ ਕੇ ਸੁਣਾ। ਤੇ ਬਗੈਰਤ ਕੰਜਰ ਇਹਨਾਂ ਨੂੰ ਇੱਜ਼ਤ ਰਾਸ ਹੀ ਨਹੀਂ ਗਈ ਕੁੱਤੇ ਦੇ ਬੱਚਿਆਂ ਨੂੰ। ਇਹ ਮਿਰਜ਼ਾ ਖੰਜ਼ੀਰ ਦੇ ਮੰਨਣ ਵਾਲੇ ਨੇ। ਬਸ਼ੀਰੁद्दीन महमूद 2 नंबर ਜ਼ਾਨੀ ਖਲੀਫਾ ਦੀ ਗੰਦੀ ਤਰਬੀਅਤ ਇਹਦੀ ਵਾਕਈ ਦਾਦੀ 2 नंबर कुतबा लायक की। हाँ जी हाजी भाई, ये पढ़े। इन नौजवानों को देखते हैं, हम इन नौजवानों को देखते हैं कि उन्होंने मिल्लत इस्लामिया के शुआर को तर्क कर दिया है बिल्कुल, और सुनन नबीविया के निशान मिटा दिए हैं, और नसरानी लिबास पहनने के साथ साथ दाढ़ियाँ दाढ़ियाँ मोड़ते हैं, उस्तगफिरुल्लाह, और मूछों को लंबा करते हैं। नोरी बड़ी क्या ला बोलो। आगे भी पढ़ो ना। बस इस ज़माने में इनसे ज़्यादा बदबख्त इंसान इस आसमान के साए तले कोई भी नहीं है। ये देखें जी, बदबख्त, दूसरा बदबख्त, ये बदबख्त, ये तीसरा बदबख्त और ये बदबख्त। क्योंकि मिर्ज़ा ग़ुलाम कादियानी कहता है कि जो दाढ़ियाँ मंडवाते हैं वो बदबख्त है।